ਪੋਡਕਾਸਟ ਵਿੱਚ ਸਪਾਂਸਰਸ਼ਿਪ ਜਾਂ ਐਡਵਰਟਾਈਜ਼ਿੰਗ ਕਰਨ ਲਈ ਸਾਨੂੰ info@romantillonshow.com ਤੇ ਕੰਟੈਕਟ ਕਰੋ। ਹੁਣ ਲਓ 55 ਸੈਂਟਸ ਤੱਕ ਦਾ ਫਿਊਲ ਡਿਸਕਾਊਂਟ। ਅਪਲਾਈ ਕਰਨ ਲਈ gonapta.org ਤੇ ਜਾਓ। ਕੋਈ ਫੀ ਨਹੀਂ, ਕੋਈ ਕ੍ਰੈਡਿਟ ਚੈੱਕ ਨਹੀਂ। ਇਸ ਐਪੀਸੋਡ ਦਾ ਇਹ ਸੈਗਮੈਂਟ ਤੁਹਾਡੇ ਤੱਕ ਪਹੁੰਚਾ ਰਹੇ ਨੇ ਫਲੈਟ ਰੇਟ ਡਿਸਪੈਚਿੰਗ ਸਰਵਿਸਿਜ਼ ਇਨਕੋਰਪੋਰੇਟਡ, ਪਾਵਰਡ ਬਾਈ 25 years of combined trucking experience। ਬੈਸਟ ਲੇਨਸ ਤੇ ਲਓ ਬੈਸਟ ਰੇਟਸ ਤੇ ਸਾਨੂੰ ਮੈਨੇਜ ਕਰਨ ਦਿਓ ਤੁਹਾਡੀ ਸਾਰੀ ਡਿਸਪੈਚ, ਉਹ ਵੀ ਸਿਰਫ 5% ਤੇ। ਸਾਨੂੰ 5597101212 ਤੇ ਕਾਲ ਕਰੋ ਔਰ ਵਿਜ਼ਿਟ www.flatrateDispatching.com। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ। ਮੈਂ ਰਮਨ ਢਿੱਲੋਂ ਪੰਜਾਬੀ ਟਰੱਕਿੰਗ ਮੈਗਜ਼ੀਨ ਦੇ ਸਹਿਯੋਗ ਦੇ ਨਾਲ ਪੰਜਾਬੀ ਟਰੱਕਿੰਗ 360 ਦਾ ਇੱਕ ਹੋਰ ਐਪੀਸੋਡ ਲੈ ਕੇ ਤੁਹਾਡੇ ਲਈ ਹਾਜ਼ਰ ਹੋਇਆ। ਜਿਵੇਂ ਕਿ ਤੁਹਾਨੂੰ ਪਤਾ ਕਿ ਇਸ ਐਪੀਸੋਡ ਦੇ ਵਿੱਚ ਆਪਾਂ ਜਿਹੜੀਆਂ ਕਰੰਟ ਨਿਊਜ਼ ਹੈਗੀਆਂ ਜਾਂ ਜਿਹੜੀਆਂ ਕਰੰਟ ਚੀਜ਼ਾਂ ਵਾਪਰ ਰਹੀਆਂ ਟਰੱਕਿੰਗ ਦੇ ਵਿੱਚ, ਉਹਦੇ ਬਾਰੇ ਦੇ ਵਿੱਚ ਗੱਲਬਾਤ ਕਰਾਂਗੇ। ਅਤੇ ਜਿਹਦੇ ਵਿੱਚ ਅੱਜ ਆਪਾਂ ਇਸ ਜਿਹੜੇ ਸ਼ੋਅ ਦੇ ਵਿੱਚ ਗੱਲ ਕਰਾਂਗੇ ਉਹ ਕਰਾਂਗੇ ਕਿ FMCSA ਵੱਲੋਂ ਵਾਰਨਿੰਗ ਦਿੱਤੀ ਗਈ ਹੈ ਕਿ ELD ਡਾਟਾ ਸਰਵਿਸਿਜ਼ ਜਿਹੜੀਆਂ ਹੈਗੀਆਂ, ਜਿਹੜਾ ਆਪਾਂ ਪਹਿਲੇ ਵੀ ਪ੍ਰੋਗਰਾਮਾਂ ਦੇ ਵਿੱਚ ਗੱਲ ਕੀਤੀ ਸੀ, 3G ਨੈਟਵਰਕ ਜਿਹੜਾ ਆ ਉਹ ਆਊਟ ਆਫ ਕੰਪਲਾਇੰਸ ਹੋ ਜਾਣਾ ਆ ਜਾਂ ਆਊਟ ਆਫ ਔਰ ਹੋ ਜਾਣਾ। ਜਿਹੜੇ ਹੁਣ 5G 4G ਤੇ 5G ਦੇ ਸਿਸਟਮ ਆ ਗਏ ਨੇ, ਇਸ ਕਰਕੇ 3G ਜਿਹੜਾ ਆਊਟ ਹੋ ਜਾਣਾ। ਸੋ ਜਿਹੜੀਆਂ ELDs 3G ਦਾ ਨੈਟਵਰਕ ਵਰਤਦੀਆਂ ਉਹ ELDs ਜਿਹੜੀਆਂ ਆਊਟ ਹੋ ਜਾਣੀਆਂ। ਔਰ FMCSA ਵੱਲੋਂ ਵਾਰਨਿੰਗ ਦਿੱਤੀ ਗਈ ਆ ਕਿ ਇਹਨਾਂ ਨੂੰ ਤੁਸੀਂ ਜਿੰਨੀ ਜਲਦੀ ਹੋ ਸਕਦਾ ਆਪਣੀ ELD ਨੂੰ ਆਪਣੀ ਕੰਪਨੀ ਨੇ ਚੈੱਕ ਕਰੋ। ਇਹਦੇ ਬਾਰੇ ਦੇ ਵਿੱਚ ਆਪਾਂ ਗੱਲ ਕਰਾਂਗੇ ਡਿਟੇਲ ਦੇ ਵਿੱਚ। ਅਤੇ ਉਸ ਤੋਂ ਬਾਅਦ ਗੱਲ ਕਰਾਂਗੇ ਜੀ ਡਾਇਮਲਰ ਵੱਲੋਂ ਜਿਹੜਾ ਵੈਸਟਰਨ ਸਟਾਰ 57XE ਮਾਡਲ ਹੈਗਾ ਆ, ਉਹਦੇ ਆਰਡਰਸ ਕੈਂਸਲ ਕੀਤੇ ਜਾ ਰਹੇ ਨੇ ਔਰ ਉਹਦੀ ਪ੍ਰੋਡਕਸ਼ਨ ਜਿਹੜੀ ਆ ਉਹ ਬੰਦ ਕੀਤੀ ਜਾ ਰਹੀ ਆ। ਇਹਦੇ ਬਾਰੇ 'ਚ ਆਪਾਂ ਗੱਲ ਕਰਾਂਗੇ। ਇਹਦੇ ਨਾਲ ਦੇ ਨਾਲ ਹੀ ਆਪਾਂ ਹੋਰ ਗੱਲ ਕਰਾਂਗੇ ਕਿ ਜਿਹੜੀ ਟਰੱਕ ਪ੍ਰਾਈਸਿੰਗ ਹੈਗੀ ਆ, ਟ੍ਰੇਲਰ ਪ੍ਰਾਈਸਿੰਗ ਹੈਗੀ ਆ, ਇਕੁਇਪਮੈਂਟ ਪ੍ਰਾਈਸਿੰਗ ਆ, ਉਹਦੇ 'ਤੇ ਕਿਸ ਤਰ੍ਹਾਂ ਦਾ ਉਹਦੇ 'ਤੇ ਉੱਤੇ ਕੀ ਅਸਰ ਹੋ ਰਿਹਾ ਆ, ਕਿੱਦਾਂ ਪ੍ਰਾਈਸਿੰਗ ਜਿਹੜੀ ਆ ਕਿੱਧਰ ਨੂੰ ਜਾ ਰਹੀ ਆ। ਅਤੇ ਇਹਦੇ ਨਾਲ ਦੇ ਨਾਲ ਹੀ ਅੱਜ ਆਪਾਂ ਇੱਕ ਜਿਹੜਾ ਇਸ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਕਿ ਸਨੋ ਦੇ ਵਿੱਚ ਚਲਾਉਣ ਲਈ, ਜਿਹੜੀ ਆਪਣੀ ਵਿੰਟਰ ਵੈਦਰ ਆ ਗਿਆ ਉਹਦੇ ਵਿੱਚ ਟਰੱਕ ਚਲਾਉਣਾ ਸਨੋ ਦੇ ਵਿੱਚ, ਅਤੇ ਉਹਦੇ ਲਈ ਤੁਹਾਨੂੰ ਕੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਆ, ਉਹਦੇ ਬਾਰੇ ਤੇ ਗੱਲ ਕਰਾਂਗੇ। ਇੱਥੇ ਆਪਾਂ ਇੱਕ ਵਾਰੀ ਫਿਰ ਆਪਣੇ ਦਰਸ਼ਕਾਂ ਨੂੰ ਮੈਂ ਕਿਹਾ ਜੀ, ਆਪਣੇ ਸੁਣਨ ਵਾਲਿਆਂ ਨੂੰ ਇਹ ਰਿਕੁਐਸਟ ਕਰਾਂਗੇ ਕਿ ਜੇ ਤੁਸੀਂ ਅਜੇ ਤੱਕ ਵੀ ਆਪਣਾ ਇਹ ਐਪੀਸੋਡ ਜਿਹੜਾ ਆ ਆਪਣੀ ਫੈਮਿਲੀ ਦੇ ਨਾਲ, ਆਪਣੇ ਫਰੈਂਡਸ ਦੇ ਨਾਲ ਸ਼ੇਅਰ ਨਹੀਂ ਕੀਤਾ ਤੇ ਪਲੀਜ਼ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਜਿਹੜੀ ਨਿਊਜ਼ ਹੈਗੀ ਆ ਉਹ ਆਪਾਂ ਚੰਗੀ ਤਰ੍ਹਾਂ ਜਿਹੜੀ ਆ ਇਹਨੂੰ ਹਰ ਟਰੱਕਰ ਤੱਕ ਪੁੱਜਦਾ ਕਰ ਸਕੀਏ। ਅਤੇ ਚਲੋ ਜੀ ਵੱਧਦੇ ਹਾਂ ਆਪਣੀ ਨਿਊਜ਼ ਵੱਲ। ਅਤੇ ਜਿਵੇਂ ਕਿ ਗੱਲ ਕਰ ਰਹੇ ਸੀਗੇ ਕਿ FMCSA ਵੱਲੋਂ ਵਾਰਨਿੰਗ ਦਿੱਤੀ ਗਈ ਆ ਸਾਰੀ ਟਰੱਕਿੰਗ ਇੰਡਸਟਰੀ ਦੇ ਲਈ ਕਿ ਤੁਸੀਂ ਜਿਹੜਾ ਤੁਹਾਡਾ 3G ਨੈਟਵਰਕ ਹੈਗਾ ਉਹ ਇਸ ਵੇਲੇ ਆਊਟ ਹੋ ਰਿਹਾ। ਸੋ 4G 5G 'ਤੇ ਜਾ ਰਿਹਾ। ਤੁਸੀਂ ਜੇ ਕੋਈ ਇਕੁਇਪਮੈਂਟ ਜਿਹੜਾ ਤੁਹਾਡਾ ਹੈਗਾ ਆ, ਜੇ ਉਹ 3D 'ਤੇ ਚੱਲਦਾ ਆ 3G ਦੇ ਉੱਤੇ, ਅਤੇ ਉਹਨੂੰ ਤੁਸੀਂ ਆਪਣੀ ਕੰਪਨੀ ਦੇ ਨਾਲ ਗੱਲ ਕਰਕੇ ਇਕੁਇਪਮੈਂਟ ਨੂੰ ਚੇਂਜ ਕਰਨਾ ਪਏਗਾ ਤੁਹਾਨੂੰ। ਜਿਹੜਾ 3G ਨੈਟਵਰਕ 'ਤੇ ਇਕੁਇਪਮੈਂਟ ਚੱਲ ਰਿਹਾ ਹੈਗਾ ਉਹ ਮੇਰੇ ਖਿਆਲ ਜਿਹੜਾ ਇਕੁਇਪਮੈਂਟ ਹੈਗਾ ਉਹ ਆਊਟਡੇਟਡ ਹੋ ਜਾਏਗਾ। ਸੋ ਇਸ ਕਰਕੇ ਤੁਹਾਨੂੰ ਇਕੁਇਪਮੈਂਟ ਵੀ ਚੇਂਜ ਕਰਨਾ ਪੈਣਾ ਹੈਗਾ ਅਤੇ ਸਰਵਿਸ ਦੇ ਵਿੱਚ ਜਿਹੜੀਆਂ ਅਪ ਐਂਡ ਡਾਊਨ ਹੋਣੀਆਂ ਉਹ ਜਿਹੜੀਆਂ ਚੀਜ਼ਾਂ ਉਹ ਕਰਨੀਆਂ ਪੈਣੀਆਂ। ਸੋ ਇਹਦੇ ਵਿੱਚ ਪ੍ਰੋਬਲਮ ਇਹ ਆ ਰਹੀ ਹੈ ਇਸ ਵੇਲੇ ਕਿ ਇੱਕ ਜਿਹੜੇ ਇਕੁਇਪਮੈਂਟ ਹੈਗਾ, ਜਿਹੜਾ ਨਵਾਂ ਇਕੁਇਪਮੈਂਟ ਤੁਸੀਂ ਲੈਣਾ ਹੈਗਾ ਜਾਂ ਚੇਂਜ ਕਰਨਾ ਹੈਗਾ, ਉਹਦੀ ਪ੍ਰੋਡਕਸ਼ਨ ਦੇ ਵਿੱਚ ਪ੍ਰੋਬਲਮ ਹੈ। ਜਿੱਦਾਂ ਕਿ ਆਪਾਂ ਸਪਲਾਈ ਚੇਨ ਇਸ਼ੂਜ਼ ਦੇ ਉੱਤੇ ਆਪਾਂ ਗੱਲਬਾਤ ਕਰ ਰਹੇ ਹੈਗੇ ਹਾਂ। ਸਪਲਾਈ ਚੇਨ ਦੀ ਬਹੁਤ ਵੱਡੀ ਪ੍ਰੋਬਲਮ ਖੜੀ ਹੋਈ ਹੈ ਕਿ ਬਹੁਤ ਪ੍ਰੋਡਕਟ ਜਿਹੜੇ ਆ ਉਹ ਲੇਟ ਹੋ ਰਹੇ ਆ। ਜਿਵੇਂ ਕਿ ਆਪਣੇ ਟਰੱਕ, ਟ੍ਰੇਲਰ, ਹਰ ਚੀਜ਼ ਜਿਹੜੀ ਆ ਮੈਨੂਫੈਕਚਰ ਹੋ ਰਹੀ ਆ, ਉਹ ਸਾਰੀ ਇਲੈਕਟ੍ਰੋਨਿਕ ਚੀਜ਼ ਖਾਸ ਕਰਕੇ ਬਹੁਤ ਲੇਟ ਹੋ ਰਹੀ ਆ ਕਿਉਂਕਿ ਇਲੈਕਟ੍ਰੋਨਿਕਸ ਦੇ ਵਿੱਚ ਜਿਹੜੀ ਚਿਪ ਸ਼ਾਰਟੇਜ ਆਈ ਸੀਗੀ ਉਹਦੇ ਕਰਕੇ ਬਹੁਤ ਜ਼ਿਆਦਾ ਅਸਰ ਦੇਖਣ ਨੂੰ ਮਿਲ ਰਿਹਾ ਹੈਗਾ। ਆਪਣੇ ਜਿਹੜੇ ਆਪਾਂ ਪ੍ਰੋਵਾਈਡਰ ਦੀ ਗੱਲ ਕਰਦੇ ਹਾਂ ਕਿ ਕਿਹੜੇ ਪ੍ਰੋਵਾਈਡਰ ਹੈਗੇ ਆ ਜਿਹੜੇ ਇਹ 3G ਦਾ ਨੈਟਵਰਕ ਜਿਹੜਾ ਰਿਟਾਇਰ ਕਰਨ ਜਾ ਰਹੇ ਆ ਅਤੇ ਕੀ ਉਹਨਾਂ ਦੀ ਡੈਡਲਾਈਨ ਡੇਟ ਹੈਗੀ ਆ। ਸੋ AT&T ਦਾ 3G ਨੈਟਵਰਕ ਜਿਹੜਾ ਹੈਗਾ ਆ ਉਹ February 22, 2022 ਨੂੰ ਉਹ ਸਨਸੈਟ ਹੋ ਜਾਣਾ ਆ। ਸੋ ਜੇ ਤੁਸੀਂ AT&T ਦੀ ਸਰਵਿਸ ਯੂਜ਼ ਕਰਦੇ ਆ ਅਤੇ 3G ਸਰਵਿਸ ਜਿਹੜੀ ਆ February 22, 2022 ਨੂੰ ਖਤਮ ਹੋ ਜਾਏਗੀ। ਉਸ ਤੋਂ ਬਾਅਦ 4G ਜਾਂ 5G ਦੀ ਸਰਵਿਸ ਹੀ ਅਵੇਲੇਬਲ ਰਹੇਗੀ। ਸਪ੍ਰਿੰਟ ਦੀ ਜਿਹੜਾ ਇਸ ਵੇਲੇ T-Mobile ਦੇ ਨਾਲ ਹੈਗਾ ਉਹਨਾਂ ਦੀ 3G ਸਰਵਿਸ ਜਿਹੜੀ ਆ March 31, 2022 ਤੱਕ ਜਿਹੜੀ ਆ ਉਹ ਖਤਮ ਹੋ ਜਾਏਗੀ। ਉਸ ਤੋਂ ਬਾਅਦ ਜਿਹੜੀ 5G ਦੀ ਸਰਵਿਸ ਚਾਲੂ ਰਹੇਗੀ। ਸਪ੍ਰਿੰਟ ਲਾਈਟ LTE ਜਿਹੜਾ ਹੈਗਾ ਉਹ ਵੀ T-Mobile ਦਾ, ਉਹ June 30, 2022 ਨੂੰ ਉਹਦੀ ਜਿਹੜੀ ਆ ਸਰਵਿਸ ਆ ਉਹ 3G ਦੀ ਜਿਹੜੀ ਆ ਸਮਾਪਤ ਹੋ ਜਾਏਗੀ, ਉਹ ਖਤਮ ਹੋ ਜਾਏਗੀ ਔਰ 5G ਚਾਲੂ ਹੋਊਗੀ। ਇਸ ਤੋਂ ਬਾਅਦ ਜਿਹੜੀ T-Mobile ਹੈਗਾ ਜੀ, ਉਹਨਾਂ ਦੀ ਜਿਹੜੀ 3G ਸਰਵਿਸ ਆ ਉਹ July 1 ਨੂੰ ਖਤਮ ਹੋ ਜਾਏਗੀ।
ਜੁਲਾਈ 1 2022 ਨੂੰ। ਸੋ T-Mobile ਦੀ 3G ਸਰਵਿਸ ਜਿਹੜੀ ਆ ਉਹ ਜੁਲਾਈ 1 2022 ਨੂੰ ਲਾਸਟ ਉਹ ਚੱਲੇਗੀ। ਉਸ ਤੋਂ ਬਾਅਦ ਉਹ 5G ਤੇ ਚਲੀ ਜਾਏਗੀ ਟੋਟਲੀ। ਇਸ ਤੋਂ ਬਾਅਦ ਵਰਾਈਜ਼ਨ ਦੀ ਜਿਹੜੀ 3G ਹੈਗੀ ਆ, ਇਹਨਾਂ ਨੇ ਮੇਰੇ ਖਿਆਲ ਕਸਟਮਰਸ ਨੂੰ ਸਾਰਿਆਂ ਜ਼ਿਆਦਾ ਲੰਮਾ ਟਾਈਮ ਦਿੱਤਾ ਹੈਗਾ ਚੇਂਜ ਕਰਨ ਨੂੰ। ਜਿਹੜੀ ਵਰਾਈਜ਼ਨ ਦੀ 3G ਹੈਗੀ ਆ ਇਹ ਦਸੰਬਰ 31 2022 ਤੱਕ, ਸੋ ਅਗਲੇ ਸਾਲ ਦੇ ਦਸੰਬਰ 31 ਤੱਕ ਇਹ ਸਰਵਿਸ ਜਿਹੜੀ ਆ ਅਵੇਲੇਬਲ ਰਹੇਗੀ। ਉਸ ਤੋਂ ਬਾਅਦ ਇਹ ਸਰਵਿਸ ਜਿਹੜੀ ਆ ਖਤਮ ਹੋ ਜਾਏਗੀ। ਸੋ ਇਹ ਕਹਿਣ ਦਾ ਭਾਵ ਇਹੋ ਹੀ ਆ ਕਿ ਤੁਸੀਂ ਜਿਹੜੇ ਹੋਰ ਵੀ ਜਿਹੜੇ ਕੈਰੀਅਰਸ ਹੈਗੇ ਆ, ਕ੍ਰਿਕਟ ਹੈਗਾ, ਬੂਸਟ ਹੈਗਾ, ਸਟ੍ਰੇਟ ਟਾਕ ਹੈਗਾ, ਹੋਰ ਹੈਗਾ, ਉਹਨਾਂ ਦੀ ਵੀ ਜਿਹੜੀ ਆ, ਕਿਉਂਕਿ ਉਹ ਯੂਜ਼ ਕਰਦੇ ਆ ਸੇਮ ਇੰਟਰਨੈਟ, ਸੇਮ ਜਿਹੜਾ ਨੈਟਵਰਕ ਯੂਜ਼ ਕਰਦੇ AT&T ਵਰਾਈਜ਼ਨ ਵਾਲਾ, ਸੋ ਉਹਨਾਂ ਦੀਆਂ ਵੀ ਜਿਹੜੀਆਂ ਸਰਵਿਸਿਜ਼ ਹੈਗੀਆਂ ਉਹ ਆਊਟਡੇਟਡ ਹੋ ਜਾਣੀਆਂ। ਸੋ ਹੁਣ ਸਾਡੀ ਸਾਰਿਆਂ ਨੂੰ ਇਹੋ ਹੀ ਗੁਜ਼ਾਰਿਸ਼ ਹੈ ਕਿ ਤੁਸੀਂ ਜਿੰਨਾ ਵੀ ਵੱਧ ਤੋਂ ਵੱਧ ਹੋ ਸਕਦਾ ਆ ਤੁਸੀਂ ਆਪਣਾ ਜਿਹੜਾ ਇਕੁਇਪਮੈਂਟ ਹੈਗਾ, ਜਿਹੜੀ ਕੰਪਨੀ ਨਾਲ ਤੁਸੀਂ ELD ਹੁਣ ਯੂਜ਼ ਕਰਦੇ ਆ, ਉਹਨਾਂ ਦੇ ਕੋਲੋਂ ਇੱਕ ਵਾਰੀ ਕਾਲ ਕਰਕੇ ਕਨਫਰਮ ਕਰ ਲਓ ਕਿ ਕਿਹੜੀ ELD ਜਿਹੜੀ ਆ 3G ਤੇ ਚੱਲ ਰਹੀ ਹੈ ਤੇ ਉਹਨੂੰ ਬਦਲਣ ਵਾਸਤੇ, ਉਹਨੂੰ ਚੇਂਜ ਕਰਨ ਵਾਸਤੇ ਤੁਹਾਨੂੰ ਕੀ ਸਟੈਪ ਲੈਣੇ ਪੈਣਗੇ। ਅਸੀਂ ਇਸ ਪ੍ਰੋਗਰਾਮ ਦੀ ਡਿਸਕ੍ਰਿਪਸ਼ਨ ਦੇ ਵਿੱਚ ਥੱਲੇ ਲਿੰਕ ਪਾਇਆ ਹੋਇਆ, ਜਿਹੜਾ ਕਿ ELD ਜਿਹੜੀਆਂ ਰਿਵੋਕ ਹੋ ਗਈਆਂ, ਜਿਹੜੀਆਂ ਕਿ ਬੰਦ ਹੋ ਗਈਆਂ, 3G ਦੀ ਸਰਵਿਸ ਬੰਦ ਹੋ ਗਈ, ਉਹਨਾਂ ਦਾ ਇੱਕ ਲਿਸਟ ਥੱਲੇ ਜਿਹੜੀ ਇੱਕ ਲਿੰਕ ਪਾਇਆ ਹੋਇਆ, ਜਿਸ ਤੇ ਤੁਸੀਂ ਕਲਿੱਕ ਕਰਕੇ ਉਹ ਲਿਸਟ ਦੇਖ ਸਕਦੇ ਆ ਕਿ ਕਿਹੜੀਆਂ ELDs ਜਿਹੜੀਆਂ ਆਲਰੇਡੀ ਰਿਵੋਕ ਹੋ ਚੁੱਕੀਆਂ ਆ, ਕਿਉਂਕਿ ਉਹ 3G ਦਾ ਸਿਸਟਮ ਜਿਹੜਾ ਆ ਉਹਨਾਂ ਦਾ ਬੰਦ ਹੋ ਚੁੱਕਾ ਹੈ। ਸੋ ਬੰਦ ਕਰ ਦਿੱਤਾ ਗਿਆ। ਕਈਆਂ ਨੇ ਆਪਣੇ ਆਪ ਵੀ ਬੰਦ ਕੀਤਾ, ਮੋਸਟਲੀ ਨੇ ਆਪਣੇ ਆਪ ਬੰਦ ਕੀਤਾ ਕਿਉਂਕਿ ਉਹ ਆਪਣਾ ਚੇਂਜ ਕਰਕੇ 5G ਦੇ ਵਿੱਚ ਉਹਨਾਂ ਨੇ ਕਨਵਰਟ ਕਰ ਲਿਆ ਹੈਗਾ। ਸੋ ਤੁਸੀਂ ਇਹ ਲਿਸਟ ਵੀ ਜਾ ਕੇ ਜਿਹੜੀ ਆ ਇਹ eldfmcsa.gov ਤੇ ਲਿਸਟ ਤੇ ਰਿਵੋਕ, ਉਹ ਜਿਹੜੀ ਆ ਆਪਾਂ ਲਿੰਕ ਜਿਹੜਾ ਆ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿਆਂਗੇ, ਉੱਥੇ ਜਾ ਕੇ ਤੁਸੀਂ ਕਲਿੱਕ ਕਰਕੇ ਉਹਨੂੰ ਦੇਖ ਸਕਦੇ ਆ। ਤੇ ਇਸ ਤੋਂ ਬਾਅਦ ਜਿਹੜੀ ਆਪਾਂ ਗੱਲਬਾਤ ਹੈਗੀ ਆ, ਜੇ ਗੱਲ ਕਰੀਏ ਕਿ ਡਾਇਮਲਰ ਜਿਹੜਾ ਹੈਗਾ, ਜਿਹੜਾ ਫਰੇਟਲਾਈਨਰ ਦਾ ਪੇਰੈਂਟ ਕੰਪਨੀ ਹੈਗੀ ਆ, ਉਹ ਵੈਸਟਰਨ ਸਟਾਰ 5700 XE ਮਾਡਲ ਜਿਹੜਾ ਆ ਉਹ ਬੰਦ ਕਰਨ ਜਾ ਰਹੀ ਆ। ਔਰ ਇਸੇ ਹੀ ਮੁੱਦੇ ਕਰਕੇ ਜਿਹੜੇ ਆ ਇਹ ਆਰਡਰਸ ਜਿਹੜੇ ਆ ਉਹ ਕੈਂਸਲ ਕੀਤੇ ਜਾ ਰਹੇ ਆ। ਔਰ ਖਾਸ ਕਰਕੇ ਗੱਲ ਕਰੀਏ ਤੇ ਜੇ ਇੱਕ ਪਰਸਨ ਦੀ ਗੱਲ ਹੈਗੀ ਹੈ ਕਿ ਉਹਨਾਂ ਦਾ ਜਿਹੜਾ ਇਹ ਆਰਡਰ ਸੀਗਾ, ਉਹਨਾਂ ਨੇ ਉਹ ਪ੍ਰੀਟੀ ਮੱਚ ਪਹਿਲਾਂ ਉਹਨਾਂ ਨੂੰ ਕਿਹਾ ਕਿ ਡਿਲੇ ਹੋਏਗਾ ਤੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਇਹ ਆਰਡਰ ਸੀਗਾ ਇਹ ਕੈਂਸਲ ਕਰ ਦਿੱਤਾ ਗਿਆ। ਹੁਣ ਬੇਸਿਕਲੀ ਇਹ ਹੈ ਕਿ ਜਿਹੜੇ ਇਸ ਤਰ੍ਹਾਂ ਆਰਡਰ ਕੈਂਸਲ ਹੋ ਰਹੇ ਆ, ਉਹਨਾਂ ਨੂੰ ਜਦੋਂ ਦੁਬਾਰਾ ਰੀਬੁੱਕ ਕਰਨਾ ਪੈਂਦਾ ਹੈ, ਦੁਬਾਰਾ ਉਹਨਾਂ ਨੂੰ ਟਰੱਕ ਬੁੱਕ ਕਰਨਾ ਪੈਂਦਾ ਹੈ ਤੇ ਉਹਦੀ ਡੇਟਸ ਜਿਹੜੀਆਂ ਹੈਗੀਆਂ ਉਹ ਬਹੁਤ ਲੰਮੀਆਂ ਮਿਲ ਰਹੀਆਂ ਹੈਗੀਆਂ। ਤੇ ਇਹ ਜਿਹੜੇ ਖਾਸ ਜਿਹੜਾ ਕਸਟਮਰ ਦੀ ਗੱਲ ਚੱਲ ਰਹੀ ਆ ਜਿਨ੍ਹਾਂ ਦਾ ਆਰਡਰ ਕੈਂਸਲ ਹੋਇਆ, ਉਹਨਾਂ ਨੇ ਗੱਲ ਕੀਤੀ ਕਿ ਅਸੀਂ ਵਾਲਵੋ ਦੇ ਨਾਲ ਮੁੜ ਕੇ ਕੰਸਲਟ ਕੀਤਾ ਕਿ ਵਾਲਵੋ ਟਰੱਕ ਲੈ ਲੈਂਦੇ ਹਾਂ। ਅਤੇ ਵਾਲਵੋ ਨੇ ਕਿਹਾ ਵੀ 2023 ਦੇ ਸ਼ੁਰੂ ਦੇ ਵਿੱਚ ਅਸੀਂ ਤੁਹਾਨੂੰ ਟਰੱਕ ਨਵਾਂ ਦੇ ਸਕਦੇ ਹਾਂ। ਫਰੇਟਲਾਈਨਰ ਕੈਸਕੇਡੀਆ ਦੇ ਨਾਲ ਗੱਲ ਕੀਤੀ ਗਈ ਅਤੇ ਫਰੇਟਲਾਈਨਰ ਕੈਸਕੇਡੀਆ ਵੀ ਕਹਿੰਦਾ ਵੀ ਚੌਥੇ ਕੁਆਟਰ ਦੇ ਵਿੱਚ 2022 ਦੇ ਚੌਥੇ ਕੁਆਟਰ ਦੇ ਵਿੱਚ ਅਸੀਂ ਤੁਹਾਨੂੰ ਜਿਹੜਾ ਆ ਟਰੱਕ ਦੇ ਸਕਦੇ ਹਾਂ। ਸੋ ਟਰੱਕਾਂ ਦੀ ਜਿਹੜੀ ਆ, ਨਵੇਂ ਟਰੱਕਾਂ ਦੀ ਜਿਹੜੀ ਆਰਡਰ ਆ ਉਹ ਬਹੁਤ ਬੈਕਲੌਗ ਹੋ ਚੁੱਕੇ ਆ। ਇਸੇ ਕਰਕੇ ਨਵੇਂ ਟਰੱਕਾਂ ਦੇ ਜਿਹੜੇ ਆਰਡਰ ਆ ਇੰਨੇ ਪਿੱਛੇ ਚਲੇ ਜਾਣ ਕਰਕੇ ਜਿਹੜੀ ਯੂਜ਼ਡ ਇਕੁਇਪਮੈਂਟ ਹੈਗੀ ਆ ਉਹਦੀ ਪ੍ਰਾਈਸਿਸ ਬਹੁਤ ਜ਼ਿਆਦੀਆਂ ਹਾਈਕ ਕਰ ਗਈਆਂ ਹੈਗੀਆਂ। ਉਹਦੀਆਂ ਪ੍ਰਾਈਸਿਸ ਇੰਨੀਆਂ ਜ਼ਿਆਦੀਆਂ ਹਾਈਕ ਕਰ ਗਈਆਂ ਕਿ ਡਜ਼ਨਟ ਈਵਨ ਮੇਕ ਸੈਂਸ। ਹੁਣ ਉਸ ਤੋਂ ਬਾਅਦ ਇਹ ਜਿਹੜਾ ਕਸਟਮਰ ਸੀਗਾ ਉਹਨੇ ਇਹ ਸੋਚਿਆ ਕਿ ਮੈਂ ਚਲੋ ਯੂਜ਼ਡ ਟਰੱਕ ਲੈ ਲੈਣਾ ਹੈਗਾ। ਫਰੇਟਲਾਈਨਰ ਯੂਜ਼ਡ 2019 ਦਾ ਟਰੱਕ ਜਿਹੜਾ ਸੀ ਉਹਨੇ ਦੇਖਿਆ ਅਤੇ ਉਹਦੀ ਪ੍ਰਾਈਸ ਜਿਹੜੀ ਸੀਗੀ 1,35,000 ਦੀ 4 ਲੱਖ ਮੀਲ ਚੱਲਿਆ ਜਿਹੜਾ ਟਰੱਕ ਹੈਗਾ ਉਹਦੀ 1,35,000 ਦੀ ਪ੍ਰਾਈਸ ਸੀਗੀ। ਦਿਸ ਇਜ਼ ਇਨਸੇਨ। ਇਹ ਕੋਈ ਮਤਲਬ ਕਿ ਫੀਜ਼ੇਬਲ ਪ੍ਰਾਈਸ ਨਹੀਂ ਹੈਗੀ। ਔਰ ਮੈਜੋਰਟੀ ਆਫ ਦਾ ਬੈਂਕਸ ਹੈਗੇ ਆ ਉਹ ਵੀ ਇਹਨੂੰ ਫਾਈਨੈਂਸ ਕਰਨ ਤੋਂ ਭੱਜਣਗੇ ਕਿਉਂਕਿ ਉਹ ਟਰੱਕ ਦੀ ਜਿਹੜੀ ਲਾਈਫ ਹੈਗੀ ਆ ਜਾਂ ਵਾਰੰਟੀਜ਼ ਹੈਗੀਆਂ, ਐਟਲੀਸਟ ਲਾਈਫ ਤਾਂ ਕਹਿ ਸਕਦੇ ਵੀ ਲੰਮੀ ਵੀ ਹੋ ਸਕਦੀ ਹੈ, ਪਰ ਵਾਰੰਟੀਜ਼ ਜਿਹੜੀਆਂ ਸਿਰਫ 2 ਲੱਖ ਮੀਲ ਦੀਆਂ ਵਾਰੰਟੀਜ਼ ਰਹਿ ਜਾਂਦੀਆਂ ਇਸ ਤੋਂ ਬਾਅਦ। ਅਤੇ ਕਿਸ ਤਰ੍ਹਾਂ ਜਿਹੜਾ ਕਿ ਕਸਟਮਰ ਹੈਗਾ ਆ ਉਹ ਉਸ ਟਰੱਕ ਨੂੰ ਕਿਸ ਤਰ੍ਹਾਂ ਉਹਦੀਆਂ ਕਿਸ਼ਤਾਂ ਪੂਰੀਆਂ ਕਰੇਗਾ, ਕਿਸ ਤਰ੍ਹਾਂ ਉਹਨੂੰ ਚਲਾਏਗਾ, ਕੀ ਕਰੇਗਾ, ਕਿਉਂਕਿ 4-4.5 ਲੱਖ ਮੀਲ ਤੋਂ ਬਾਅਦ 5 ਲੱਖ ਮੀਲ ਤੋਂ ਬਾਅਦ ਜਿਹੜੇ ਟਰੱਕ ਹੈਗੇ ਆ ਨੋਰਮਲੀ ਤੁਹਾਡੀ ਰਿਪੇਅਰ ਜਿਹੜੀ ਆ ਉਹ ਮੰਗਣ ਲੱਗ ਜਾਂਦੇ ਆ। ਔਰ ਇਹਦੇ ਨਾਲ ਇੱਕ ਹੋਰ ਸਿਚੁਏਸ਼ਨ ਖੜੀ ਹੋ ਜਾਂਦੀ ਆ ਕਿ ਰਿਪੇਅਰ ਦੇ ਨਾਲ ਜਿਹੜੀ ਇਸ ਵੇਲੇ ਪਾਰਟਸ ਦੀ ਸਿਚੁਏਸ਼ਨ ਹੈਗੀ ਆ, ਪਾਰਟਸ ਸੋ ਫਾਰ ਬਿਹਾਈਂਡ ਹੈਗੇ ਆ ਅਤੇ ਪਾਰਟਸ ਨਹੀਂ ਮਿਲ ਰਹੇ। ਅਤੇ ਉਸ ਕਰਕੇ ਜੇ ਤੁਹਾਡਾ ਟਰੱਕ ਮਹੀਨਾ 2 ਮਹੀਨੇ ਜਿਹੜਾ ਵਰਕਸ਼ਾਪ 'ਚ ਰਹਿ ਜਾਵੇ, ਸਾਲ ਦੇ ਵਿੱਚ ਜੋ 2 ਵਾਰੀ ਮੰਨ ਲਓ ਖਰਾਬ ਹੋਇਆ, ਤੁਸੀਂ ਵਰਕਸ਼ਾਪ ਲੈ ਕੇ ਗਏ, ਪਾਰਟਸ ਨਹੀਂ ਮਿਲੇ, 3 ਵੀਕ 4 ਵੀਕ ਟਰੱਕ ਖੜ੍ਹਾ ਰਿਹਾ, ਉਹ 3-4 ਵੀਕ ਦਾ ਜਿਹੜਾ ਤੁਹਾਡਾ ਲੋਸਟ ਰੈਵਨਿਊ ਹੈਗਾ ਉਹ ਤੁਸੀਂ ਕਿੱਦਾਂ ਉਹਨੂੰ
ਭਰ ਪਾਓਗੇ, ਕਿੱਦਾਂ ਉਹਨੂੰ ਬੈਲੈਂਸ ਕਰ ਪਾਓਗੇ। ਅਤੇ ਉਹਦੇ ਨਾਲ ਦੇ ਨਾਲ ਜਿਹੜੇ ਇੰਨਾ ਲੋਨ ਲਿਆ ਹੈਗਾ ਉਹਦੀਆਂ ਕਿਸ਼ਤਾਂ ਜਿਹੜੀਆਂ ਹੈਗੀਆਂ ਟਰੱਕ ਦੀਆਂ, ਦੈਨ ਉਹਦੇ ਨਾਲ ਇੰਸ਼ੋਰੈਂਸ ਜਿਹੜੀ ਹੈਗੀ ਆ ਉਹ ਇੰਨੀ ਹਾਈਕ ਹੋ ਚੁੱਕੀ ਆ, ਇੰਨੀ ਜ਼ਿਆਦਾ ਹੋ ਚੁੱਕੀ ਆ। ਅਤੇ ਬਹੁਤ ਔਖਾ ਹੈਗਾ ਕਿ ਇਹੋ ਜਿਹੇ ਡਿਸੀਜ਼ਨ ਲੈ ਕੇ, ਇਹੋ ਜਿਹੀ ਇੰਨੀ ਇਕੁਇਪਮੈਂਟ ਦੀ ਪ੍ਰਾਈਸ ਲੈ ਕੇ ਤੁਸੀਂ ਚੱਲ ਰਹੇ ਹੈਗੇ ਆ, ਤੁਸੀਂ ਗੱਲ ਕਰ ਰਹੇ ਆ, ਅਤੇ ਉਹ ਪ੍ਰਾਈਸਿਸ ਕਿਤੇ ਵੀ ਜਿਹੜੀਆਂ ਆ ਉਹ ਮੈਨੇ ਨਹੀਂ ਰੱਖਦੀਆਂ ਜਾਂ ਉਹ ਤੁਹਾਨੂੰ ਮੇਕ ਸੈਂਸ ਨਹੀਂ ਕਰਦੀਆਂ ਹੈਗੀਆਂ। ਅਤੇ ਦੂਸਰੀ ਗੱਲ ਜਿਹੜੀ ਆ ਆਪਾਂ ਕਰਾਂਗੇ ਅਗਲੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਇਸ ਚੀਜ਼ ਦੀ ਗੱਲ ਕਰਾਂਗੇ ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਐਂਡ ਆਫ 2022 ਦੇ ਵਿੱਚ ਤੁਹਾਨੂੰ ਜਿਹੜਾ ਸਮੋਕ ਚੈੱਕ ਹੈਗਾ ਕੈਲੀਫੋਰਨੀਆ ਦੇ ਵਿੱਚ ਟਰੱਕਾਂ ਦੇ ਲਈ ਸਮੋਕ ਚੈੱਕ ਜਿਹੜਾ ਆ ਉਹ ਰਿਕੁਆਇਰਡ ਹੋ ਜਾਣਾ ਆ। 4 ਵਾਰੀ ਸਾਲ ਦੇ ਵਿੱਚ ਸਮੋਕ ਚੈੱਕ ਜਿਹੜਾ ਆ ਉਹ ਕਰਨ ਦੀ ਗੱਲ ਕੀਤੀ ਗਈ ਆ। ਪਰ ਇਹ ਜਿਹੜਾ ਸਮੋਕ ਚੈੱਕ ਹੈਗਾ ਇਹ ਤੁਹਾਨੂੰ ELD ਦੇ ਨਾਲ ਕਨੈਕਟ ਕਰਨਾ ਪੈਣਾ ਆ ਕਾਰਬ ਨੂੰ। ਸੋ ਕਾਰਬ ਜਿਹੜੀ ਹੈਗੀ ਆ ਉਹ ਤੁਹਾਡਾ ਕੁਆਟਰਲੀ ਰੀਡਿੰਗ ਜਾਂ ਡਾਟਾ ਲਿਆ ਕਰੇਗੀ ਕੰਪਿਊਟਰ ਤੋਂ, ਤੁਹਾਡੀ ELD ਤੋਂ, ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਜਿਹੜੇ ਟਰੱਕ 'ਤੇ ELD ਲੱਗੀ ਹੋਈ ਆ ਜਾਂ ਜਿਹਦਾ ਡਾਟਾ ਆ ਰਿਹਾ ਹੈਗਾ ਉਹਦਾ ਵਿਨ ਨੰਬਰ ਅਤੇ ਉਹਦਾ ਲਾਇਸੈਂਸ ਪਲੇਟ ਸਾਰਾ ਕੁਛ ਕਰਕੇ ਵੀ ਉਹ ਟਰੱਕ ਜਿਹੜਾ ਉਹ ਕੰਪਲਾਇੰਟ ਹੈਗਾ ਕਾਰਬ ਦੇ ਰੂਲਸ ਦੇ ਨਾਲ। ਉਹਦੇ ਜਿਹੜੇ ਆ ਸਾਫ਼ ਜਿਹੇ ਸ਼ਬਦਾਂ ਦੇ ਵਿੱਚ ਜੇ ਗੱਲ ਕਰੀਏ ਤਾਂ ਕੀ ਉਸ ਟਰੱਕ ਨੂੰ ਕਹਿੰਦੇ ਹੁੰਦੇ ਆ ਡਾਇਰੈਕਟ ਤਾਂ ਨਹੀਂ ਕੀਤਾ ਗਿਆ, ਸਾਰਾ ਕੁਛ ਕੱਢ ਕੇ ਵਿੱਚੋਂ। ਇਹ ਬਹੁਤ ਡੇਂਜਰਸ ਸਿਚੁਏਸ਼ਨ ਹੈਗੀ ਆ, ਫਾਈਨਸ ਬਹੁਤ ਹਾਈ ਹੋਣਗੇ ਅਤੇ ਟਰੱਕਸ ਬਹੁਤ ਜਿਹੜੇ ਆ ਉਹ ਖੜ੍ਹ ਸਕਦੇ ਆ, ਕਿਉਂਕਿ ਉਸ ਤੋਂ ਬਾਅਦ DMV ਤੁਹਾਡੀ ਪਲੇਟ ਰੀਨਿਊ ਨਹੀਂ ਕਰੇਗੀ। ਸੋ ਅਗਲੇ ਜਿਹੜਾ ਆਪਣਾ ਪ੍ਰੋਗਰਾਮ ਦਾ ਅਗਲਾ ਹਿੱਸਾ ਹੈਗਾ ਉਹਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਜਿਹੜੀ ਸਨੋ ਹੈਗੀ ਆ, ਵਿੰਟਰ ਵੈਦਰ ਹੈਗਾ, ਕੀ ਉਹਦੇ ਵਿੱਚ ਕਿੱਦਾਂ ਤੁਹਾਨੂੰ ਟਰੱਕ ਜਿਹੜਾ ਚਲਾਉਂਦੇ ਟਾਈਮ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ। ਅਤੇ ਨਾਲ ਹੀ ਆਪਾਂ ਇੱਕ ਸਵਾਲ ਵੀ ਉਹਦੇ 'ਚ ਕਰਾਂਗੇ ਕਿ ਕੀ ਜਿਹੜਾ ਟਰੱਕ ਡਰਾਈਵਰ ਹੈਗਾ ਆ ਉਹ ਮਨਾ ਕਰ ਸਕਦਾ ਆ ਟਰੱਕ ਚਲਾਉਣ ਵਾਸਤੇ ਜੇ ਬੈਡ ਵੈਦਰ ਹੋਵੇ। ਸੋ ਜੇ ਬਾਹਰ ਬੈਡ ਵੈਦਰ ਹੈਗਾ ਅਤੇ ਕੀ ਟਰੱਕਰ ਜਿਹੜਾ ਆ ਉਹ ਰਿਫਿਊਜ਼ ਕਰ ਸਕਦਾ ਹੈ ਕਿ ਮੈਂ ਟਰੱਕ ਨਹੀਂ ਚਲਾਉਣਾ ਇਸ ਵੈਦਰ ਦੇ ਵਿੱਚ। ਇਹਦੇ ਬਾਰੇ ਦੇ ਵਿੱਚ ਜਿਹੜਾ ਆਨਸਰ ਹੈਗਾ ਉਹ ਆਪਾਂ ਅਗਲੇ ਜਿਹੜਾ ਹਾਫ ਹੈਗਾ ਉਹਦੇ ਵਿੱਚ ਆਪਾਂ ਗੱਲ ਕਰਾਂਗੇ। ਅਤੇ ਚਲੋ ਜੀ ਇੱਥੇ ਲੈਂਦੇ ਹਾਂ ਆਪਾਂ ਛੋਟੀ ਜਿਹੀ ਬ੍ਰੇਕ ਅਤੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਇਨ੍ਹਾਂ ਪੋਡਕਾਸਟ ਵਿੱਚ ਸਪਾਂਸਰਸ਼ਿਪ ਜਾਂ ਐਡਵਰਟਾਈਜ਼ਿੰਗ ਕਰਨ ਲਈ ਸਾਨੂੰ info@ramantillonshow.com ਤੇ ਕੰਟੈਕਟ ਕਰੋ। ਇਸ ਐਪੀਸੋਡ ਦਾ ਇਹ ਸੈਗਮੈਂਟ ਤੁਹਾਡੇ ਤੱਕ ਪਹੁੰਚਾ ਰਹੇ ਨੇ ਫਲੈਟ ਰੇਟ ਡਿਸਪੈਚਿੰਗ ਸਰਵਿਸਿਜ਼ ਇਨਕੋਰਪੋਰੇਟਡ, ਪਾਵਰਡ ਬਾਈ 25 years of combined trucking experience। ਬੈਸਟ ਲੇਨਸ ਤੇ ਲਓ ਬੈਸਟ ਰੇਟਸ ਤੇ ਸਾਨੂੰ ਮੈਨੇਜ ਕਰਨ ਦਿਓ ਤੁਹਾਡੀ ਸਾਰੀ ਡਿਸਪੈਚ, ਉਹ ਵੀ ਸਿਰਫ 5% ਤੇ। ਸਾਨੂੰ 5597101212 ਤੇ ਕਾਲ ਕਰੋ ਔਰ ਵਿਜ਼ਿਟ www.flatrateDispatching.com। Low discounts, fuel, tires, dispatching services, ELDs, factoring, workers' compensation insurance, group healthcare, trucking softwares ਤੇ ਅਤੇ ਹੋਰ ਵੀ ਬਹੁਤ ਕੁਝ। ਮੈਂਬਰਸ਼ਿਪ ਲਈ ਅਪਲਾਈ ਕਰਨ ਲਈ gonapta.org ਤੇ ਜਾਓ। ਜੀ ਆਇਆਂ ਨੂੰ ਜੀ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਅਤੇ ਤੁਸੀਂ ਪੰਜਾਬੀ ਟਰੱਕਿੰਗ ਮੈਗਜ਼ੀਨ ਦੇ ਸਹਿਯੋਗ ਦੇ ਨਾਲ ਪੰਜਾਬੀ ਟਰੱਕਿੰਗ 360 ਦਾ ਇਹ ਐਪੀਸੋਡ ਸੁਣ ਰਹੇ ਹਾਂ, ਜਿਹਦੇ ਵਿੱਚ ਕਿ ਆਪਾਂ ਜਿਹੜਾ ਪਿਛਲਾ ਭਾਗ ਸੀਗਾ ਉਹਦੇ 'ਚ ਗੱਲ ਕੀਤੀ ਕਿ ਜਿਹੜੀ ELD ਦੀ ਡਾਟਾ ਸਰਵਿਸ 3G ਆ ਖਤਮ ਹੋਣ ਜਾ ਰਹੀ ਆ ਅਤੇ ਟਰੱਕਾਂ ਦੇ ਆਰਡਰ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਵੀ ਇਸ਼ੂ ਆ ਰਿਹਾ। ਅਤੇ ਹੁਣ ਗੱਲ ਕਰਦੇ ਹਾਂ ਕਿ ਜਿਹੜੀ ਆਈਸ ਰੋਡਸ ਹੈਗੇ ਆ, ਜਿਹੜੀ ਵਿੰਟਰ ਵੈਦਰ ਹੈਗਾ, ਉਹਦੇ ਵਿੱਚ ਟਰੱਕਿੰਗ ਜਿਹੜੀ ਆ ਉਹ ਕਿਵੇਂ ਕਰਨੀ ਹੈਗੀ ਆ, ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈਗਾ। ਕਿ ਸਾਰਿਆਂ ਨਾਲੋਂ ਪਹਿਲਾਂ ਜੇ ਗੱਲ ਕਰੀਏ ਇਸ ਚੀਜ਼ ਦੇ ਤੇ ਰਿਲੈਕਸ ਰਹਿਣਾ ਹੈਗਾ, ਬਰੀਥ ਐਂਡ ਸਟੇ ਕਾਮ, ਲੰਮੇ ਸਾਹ ਅਤੇ ਸਟੇ ਕਾਮ, ਕਿਉਂਕਿ ਜਿਹੜਾ ਪੈਨਿਕ ਹੈਗਾ ਆ ਉਹ ਵਿੰਟਰ ਵੈਦਰ ਦੇ ਵਿੱਚ ਟਰੱਕਿੰਗ ਦੇ ਵਿੱਚ ਬਹੁਤ ਹੀ ਜ਼ਿਆਦਾ ਨੁਕਸਾਨ ਕਰ ਸਕਦਾ। ਓਵਰ ਰਿਐਕਟ ਨਹੀਂ ਕਰਨਾ ਅਤੇ ਪੈਨਿਕ ਨਹੀਂ ਹੋਣਾ। ਉਸ ਤੋਂ ਬਾਅਦ ਜਿਹੜਾ ਨੈਕਸਟ ਸਟੈਪ ਤੁਸੀਂ ਲੈਣਾ ਹੈਗਾ ਜੀ ਉਹ ਹੈਗਾ ਜੀ ਸਲੋ ਡਾਊਨ। ਤੁਸੀਂ ਜਿਹੜੀ ਸਪੀਡ ਹੈਗੀ ਆ, ਸਪੀਡ ਅਤੇ ਵਿੰਟਰ ਵੈਦਰ ਜਿਹੜਾ ਆ ਇਹ ਮੈਚ ਨਹੀਂ ਕਰਦੇ ਹੈਗੇ, ਇਕੱਠੇ ਨਹੀਂ ਜਾ ਸਕਦੇ। ਸੋ ਆਪਣੀ ਸਪੀਡ ਦੇ ਉੱਤੇ ਬਹੁਤ ਧਿਆਨ ਰੱਖਣਾ ਹੈਗਾ ਆ। ਜਿਹੜੇ ਰੋਡ 'ਤੇ ਹੈਗੇ ਉੱਥੋਂ ਦੀ ਸਪੀਡ, ਉੱਥੋਂ ਦੇ ਸਾਈਨ, ਵਾਰਨਿੰਗਸ, ਕੰਸਟਰਕਸ਼ਨ ਸਾਈਨਸ, ਐਵਰੀਥਿੰਗ ਜਿਹੜਾ ਆ ਉਹ ਤੁਸੀਂ ਯਾਦ ਰੱਖਣੀ ਹੈਗੀ ਆ, ਕਿਉਂਕਿ ਜਿਹੜੀ ਸਪੀਡ ਹੈਗੀ ਆ ਉਹ ਬਹੁਤ ਹੀ ਜ਼ਿਆਦਾ ਵਰਸਟ ਹੈਗੀ ਆ ਵਿੰਟਰ ਵੈਦਰ ਦੇ ਵਿੱਚ। ਸਮੂਥ ਰੱਖਣਾ ਹੈਗਾ ਟਰੱਕ ਨੂੰ। ਜੇ ਤੁਸੀਂ ਕਿਤੇ ਸ਼ਾਰਪ ਕਰਵਸ ਹੈਗੇ ਆ,
ਕਦੀ ਇੱਕਦਮ ਟਰੱਕ ਦੀ ਰੇਸ ਦੇ ਕੇ ਭਜਾਉਣਾ ਨਹੀਂ ਹੈਗਾ, ਐਕਸਲਰੇਟ ਨਹੀਂ ਕਰਨਾ ਹੈਗਾ, ਇੱਕਦਮ ਖਿੱਚ ਕੇ ਬ੍ਰੇਕ ਨਹੀਂ ਲਾਉਣੀਆਂ ਹੈਗੀਆਂ, ਕੋਈ ਸ਼ਾਰਪ ਕਰਵ ਹੈਗੇ ਆ ਉੱਥੇ ਧਿਆਨ ਰੱਖਣਾ, ਕਿਉਂਕਿ ਇਹਦੇ ਵਿੱਚ ਇੱਕ ਸਾਰਿਆਂ ਨਾਲੋਂ ਵੱਡੀ ਚੀਜ਼ ਵੀ ਹੈਗੀ ਆ ਕਿ ਤੁਹਾਨੂੰ ਆਪਣੇ ਟਾਇਰਾਂ ਦੀ ਟਰੈਕਸ਼ਨ ਜਿਹੜੀ ਆ, ਜਿਹੜੇ ਟਾਇਰਸ ਹੈਗੇ ਆ ਉਹ ਵਧੀਆ ਹੋਣੇ ਚਾਹੀਦੇ ਆ। ਤੁਹਾਡੇ ਟਾਇਰਸ ਜਿਹੜੇ ਆ ਉਹਨਾਂ ਦਾ ਗ੍ਰਿਪ ਵਧੀਆ, ਮਤਲਬ ਕਿ ਜੇ ਕੋਈ ਤੁਹਾਡਾ ਟਾਇਰ ਜਿਹੜਾ ਆ ਉਹ ਘਸਿਆ ਹੋਇਆ ਹੈਗਾ ਜਾਂ ਬਿਲਕੁਲ ਘੱਟ ਗੁੱਡੀ ਹੈਗੀ ਉਹਦੇ ਤੇ ਉਸ ਚੀਜ਼ ਨੂੰ ਬਿਲਕੁਲ ਧਿਆਨ 'ਚ ਰੱਖੋ। ਬ੍ਰੇਕਾਂ ਜਿਹੜੀਆਂ ਆ ਉਹ ਚੈੱਕ ਕਰੋ ਅਤੇ ਸਟੀਅਰ ਬੜੇ ਧਿਆਨ ਨਾਲ ਕਰਨਾ। ਜੇ ਆਪਾਂ ਮੋੜਦੇ ਹਾਂ ਟਰੱਕ ਇੱਕ ਲੇਨ 'ਚੋਂ ਦੂਜੀ ਲੇਨ 'ਚ ਪਾਉਂਦੇ ਹਾਂ ਅਤੇ ਦੂਜੀ 'ਚੋਂ ਫਿਰ ਵਾਪਸ ਆਉਂਦੇ ਇੱਦਾਂ ਕਰਦੇ ਹਾਂ, ਉਹ ਬਹੁਤ ਹੀ ਜ਼ਿਆਦਾ ਸਮੂਥ ਅਤੇ ਜੈਂਟਲ ਜਿਹੜੀ ਹੋਣੀ ਚਾਹੀਦੀ ਹੈ ਸਟੀਅਰ ਤੁਹਾਡਾ। ਉਹ ਬਿਲਕੁਲ ਇੱਕਦਮ ਕੱਟਣਾ ਨਹੀਂ ਟਰੱਕ, ਇੱਕਦਮ ਮਤਲਬ ਕਿ ਗੱਲ ਉੱਥੇ ਆ ਜਾਂਦੀ ਆ। ਪੇ ਅਟੈਂਸ਼ਨ ਟੂ ਦਾ ਰੋਡ ਦੇ ਉੱਤੇ ਆਪਣਾ ਧਿਆਨ ਰੱਖੋ। ਜਿਹੜੀ ਡਿਸਟਰੈਕਸ਼ਨ ਹੈਗੀ, ਫੋਨ ਹੈਗਾ ਪਰੇ ਰੱਖ ਦਿਓ। ਵਿੰਟਰ ਵੈਦਰ ਦੇ ਵਿੱਚ ਸਾਰਿਆਂ ਨਾਲੋਂ ਵੱਧ ਨੁਕਸਾਨ ਇਹਨਾਂ ਗੱਲਾਂ ਕਰਕੇ ਹੁੰਦਾ। ਰੋਡ ਦੇ ਜਿਹੜੇ ਸਾਈਨ ਲੱਗੇ ਹੈਗੇ ਆ ਉਹਨਾਂ ਵੱਲ ਧਿਆਨ ਦਿਓ। ਜੇ ਕੰਸਟਰਕਸ਼ਨ ਦਾ ਸਾਈਨ ਲੱਗਾ ਉਹਦੇ ਵੱਲ ਧਿਆਨ ਦਿਓ। ਉਹਦੇ ਉੱਤੇ ਕੀ ਲਿਖਿਆ ਪੜ੍ਹੋ। ਜਿਹੜੀਆਂ ਇੰਸਟਰਕਸ਼ਨਸ ਦਿੱਤੀਆਂ ਗਈਆਂ ਰੋਡ 'ਤੇ ਉਹਨੂੰ ਜ਼ਰੂਰ ਫੋਲੋ ਕਰੋ। ਇਸ ਤੋਂ ਬਾਅਦ ਜਿਹੜਾ ਤੁਹਾਡਾ ਇੱਕ ਹੋਰ ਬਹੁਤ ਇੰਪੋਰਟੈਂਟ ਹੈਗਾ ਉਹ ਹੈਗਾ ਕਿ ਤੁਹਾਡੀਆਂ ਲਾਈਟਸ ਬਹੁਤ ਕਲੀਅਰ ਹੋਣੀਆਂ ਚਾਹੀਦੀਆਂ। ਸਨੋ ਪੈ ਗਈ ਆ, ਪਿਛਲੀਆਂ ਲਾਈਟਸ ਦੇ ਉੱਤੇ ਸਨੋ ਇਕੱਠੀ ਹੋ ਗਈ, ਟ੍ਰੇਲਰ ਤੇ ਪਿੱਛੇ ਦਿਖ ਨਹੀਂ ਰਿਹਾ। ਸੋ ਇਫ ਦੇ ਡੋਂਟ ਸੀ ਯੂਰ ਲਾਈਟਸ ਦੇ ਡੋਂਟ ਸੀ ਯੂ। ਠੀਕ ਆ, ਦੇਰ ਇਜ਼ ਅ ਚਾਂਸਿਸ ਸਮਬਡੀ ਕੈਨ ਹਿਟ ਯੂ। ਬਹੁਤ ਵੱਡੇ ਚਾਂਸ ਬਣ ਜਾਂਦੇ ਜੇ ਤੁਹਾਡੀਆਂ ਲਾਈਟਾਂ ਨਹੀਂ ਜਗ ਰਹੀਆਂ, ਸਹੀ ਨਹੀਂ ਦਿਖ ਰਹੀਆਂ, ਜਗ ਤਾਂ ਰਹੀਆਂ ਪਰ ਉੱਤੇ ਸਨੋ ਪੈ ਗਈ ਆ। ਔਰ ਅਗਲੀਆਂ ਫਰੰਟ ਲਾਈਟਾਂ 'ਤੇ ਵੀ ਸਨੋ ਪੈ ਜਾਂਦੀ ਆ, ਉਹ ਵੀ ਨਹੀਂ ਕਈ ਵਾਰੀ ਪੂਰੀਆਂ ਬਰਾਈਟ ਨਹੀਂ ਹੁੰਦੀਆਂ। ਟੇਲ ਲਾਈਟਸ ਦਾ ਸਪੈਸ਼ਲੀ ਹਰ ਸਟਾਪ 'ਤੇ ਜੇ ਸਨੋ ਦੇ ਵਿੱਚੋਂ ਤੁਸੀਂ ਟਰੈਵਲ ਕਰ ਰਹੇ ਆ, ਹਰ ਸਟਾਪ 'ਤੇ ਖੜ੍ਹੇ ਹੋ ਕੇ ਜਿਹੜਾ ਆ ਉਹ ਆਪਣੀਆਂ ਜਿਹੜੀਆਂ ਪਿਛਲੀਆਂ ਲਾਈਟਾਂ ਹੈਗੀਆਂ ਉਹਨਾਂ ਤੋਂ ਸਨੋ ਜਿਹੜੀ ਆ ਉਹ ਕਲੀਅਰ ਕਰੋ। ਆਬਵੀਅਸਲੀ ਇਹ ਟਰੱਕਰ ਦਾ ਮੇਨ ਰੂਲ ਹੈਗਾ ਆ, ਯੂਜ਼ ਯੋਰ ਸਿਗਨਲਸ। ਜਿਹੜੇ ਸਿਗਨਲਸ ਹੈਗੇ ਆ, ਟਰਨ ਸਿਗਨਲਸ ਹੈਗੇ ਆ, ਉਹ ਯੂਜ਼ ਕਰੋ। ਜਿਹੜੇ ਹੈਜ਼ਰਡ ਸਿਗਨਲਸ ਹੈਗੇ ਆ, ਜਿੱਥੇ ਤੁਸੀਂ ਚਾਰੇ ਸਿਗਨਲ ਚਲਾਉਣੇ ਹੈਗੇ, ਕਈ ਚੀਜ਼ਾਂ ਹੈਗੀਆਂ, ਉਹਨਾਂ ਨੂੰ ਯੂਜ਼ ਕਰੋ। ਕਿਉਂਕਿ ਜੇ ਤੁਸੀਂ ਉਹਨਾਂ ਨੂੰ ਯੂਜ਼ ਨਹੀਂ ਕਰਦੇ ਅਤੇ ਤੁਹਾਡੀ ਜਿਹੜੀ ਟਰਨ ਸਿਗਨਲ ਆ ਉਹ ਬਹੁਤ ਇੰਪੋਰਟੈਂਟ ਹੈਗੇ ਆ। ਟਰਨ ਸਿਗਨਲ ਨੂੰ ਯੂਜ਼ ਕਰੋ। ਠੀਕ ਹੈ ਜੀ। ਉਸ ਤੋਂ ਬਾਅਦ ਇੱਕ ਜਿਹੜਾ ਮੋਸਟ ਇੰਪੋਰਟੈਂਟ ਜਿਹੜੀ ਚੀਜ਼ ਹੈਗੀ ਆ, ਜਦੋਂ ਕਿ ਤੁਸੀਂ ਕਈ ਵਾਰੀ ਲੋਕ ਕਹਿ ਦਿੰਦੇ ਆ ਕਿ ਬਲੈਕ ਆਈਸ ਦਾ ਕਿਵੇਂ ਪਤਾ ਲੱਗੂਗਾ, ਬਲੈਕ ਆਈਸ ਕਿੱਥੇ ਹੁੰਦੀ ਆ, ਕਿੱਦਾਂ ਬਲੈਕ ਆਈਸ ਦਾ ਪਤਾ ਲੱਗਦਾ ਆ। ਜਿਹੜੀ ਬਲੈਕ ਆਈਸ ਹੈਗੀ ਆ ਉਹ ਇੱਕ ਸਿੰਪਲ ਨਾਰਮਲ ਤਰੀਕਾ ਹੈਗਾ, ਉਹਦੇ ਨਾਲ ਤੁਸੀਂ ਦੇਖ ਸਕਦੇ ਆ ਕਿ ਜਿਹੜੀ ਬਲੈਕ ਆਈਸ ਸੜਕ 'ਤੇ ਜੰਮ ਗਈ ਆ ਕਿ ਨਹੀਂ। ਜਦੋਂ ਤੁਸੀਂ ਡਰਾਈਵ ਕਰ ਰਹੇ ਹੈਗੇ ਆ, ਇਹ ਯੂਜ਼ਲੀ ਜਿਹੜੀ ਆ ਰਾਤ ਨੂੰ ਹੁੰਦੀ ਆ, ਸ਼ਾਮ ਨੂੰ, ਰਾਤ ਨੂੰ, ਅਰਲੀ ਮਾਰਨਿੰਗ ਟਾਈਮ 'ਤੇ ਹੋ ਜਾਂਦੀ ਆ ਕਿ ਜਿਹੜਾ ਪਾਣੀ ਫਰੀਵੇ ਦੇ ਇੱਕ ਸਾਈਡ ਤੋਂ ਵਗ ਕੇ ਦੂਜੇ ਬੰਨੇ ਜਾ ਰਿਹਾ ਹੈਗਾ, ਉਹ ਠੰਡ ਹੋਣ ਦੇ ਨਾਲ ਜੰਮ ਜਾਂਦਾ ਆ ਅਤੇ ਉਹ ਸੜਕ ਜਿੱਦਾਂ ਇੱਦਾਂ ਲੱਗਦੀ ਕਿ ਗਿੱਲੀ ਹੈਗੀ ਆ। ਸੋ ਉੱਥੇ ਤੁਹਾਡਾ ਇੱਕ ਸਾਰਿਆਂ ਨਾਲੋਂ ਵਧੀਆ ਤਰੀਕਾ ਹੈਗਾ ਜਿਹਦੇ ਨਾਲ ਤੁਸੀਂ ਇਹ ਮੈਜਰ ਕਰ ਸਕਦੇ ਆ। ਜਦੋਂ ਤੁਸੀਂ ਟਰੱਕ ਚਲਾ ਰਹੇ ਆ ਅਤੇ ਆਪਣੇ ਰੀਅਰ ਵਿਊ ਮਿਰਰ ਦੇ ਵਿੱਚ ਹਮੇਸ਼ਾ ਆਪਣੇ ਟ੍ਰੇਲਰ ਦੇ ਟਾਇਰਸ ਵੱਲ ਦੇਖਿਆ ਕਰੋ। ਉੱਥੇ ਤੁਹਾਨੂੰ ਪਾਣੀ ਉੱਡਦਾ ਦਿਖੂਗਾ, ਛਿੱਟੇ ਪੈਂਦੇ ਦਿਖਣਗੇ। ਜੇ ਤਾਂ ਤੁਹਾਡੇ ਟ੍ਰੇਲਰ ਦੇ ਟਾਇਰਸ ਦੇ ਨਾਲ ਛਿੱਟੇ ਉੱਡ ਰਹੇ ਆ, ਪਾਣੀ ਉੱਡ ਰਿਹਾ, ਛਿੱਟੇ ਉੱਡ ਰਹੇ ਆ, ਤੁਹਾਨੂੰ ਦਿਖ ਰਹੇ ਆ, ਤਾਂ ਉਹ ਬਲੈਕ ਆਈਸ ਨਹੀਂ ਜਮੀ ਹੈਗੀ। ਜੇ ਮੰਨ ਲਓ ਕਿ ਤੁਸੀਂ ਟਰੱਕ ਚਲਾ ਰਹੇ ਆ ਔਰ ਤੁਸੀਂ ਆਪਣੇ ਟਾਇਰਾਂ ਵੱਲ ਧਿਆਨ ਮਾਰਿਆ ਔਰ ਤੁਹਾਡੇ ਟਾਇਰ ਜਿਹੜੇ ਆ ਪਿਛਲੇ ਜਿਹੜੇ ਉਹ ਸਪਲੈਸ਼ ਨਹੀਂ ਕਰ ਰਹੇ, ਉੱਤੋਂ ਪਾਣੀ ਨਹੀਂ ਉੱਡਦਾ, ਬੂੰਦਾਂ ਨਹੀਂ ਦਿਖਦੀਆਂ ਤੁਹਾਨੂੰ, ਅਤੇ ਪੁੱਲ ਓਵਰ, ਦੈਟਸ ਦ ਸਾਈਨ ਕਿ ਥੱਲੇ ਬਲੈਕ ਆਈਸ ਜੰਮ ਚੁੱਕੀ ਆ। ਰੋਡ ਤੁਹਾਨੂੰ ਅੱਗੇ ਗਿੱਲੀ ਦਿਖ ਰਹੀ ਆ ਲੇਕਿਨ ਪਿੱਛੇ ਪਾਣੀ ਟਾਇਰਾਂ ਤੋਂ ਨਹੀਂ ਨਿਕਲ ਰਿਹਾ ਬਾਹਰ, ਜਾਂ ਸਪਲੈਸ਼ ਨਹੀਂ ਹੋ ਰਿਹਾ, ਛਿੱਟੇ ਨਹੀਂ ਪੈ ਰਹੇ, ਸਮਝੋ ਕਿ ਬਲੈਕ ਆਈਸ ਜਿਹੜੀ ਆ ਉਹ ਜੰਮ ਚੁੱਕੀ ਆ। ਔਰ ਇਸ ਤੋਂ ਬਾਅਦ ਬਿਲਕੁਲ ਜੈਂਟਲੀ ਟਰੱਕ ਨੂੰ ਨੈਕਸਟ ਐਗਜ਼ਿਟ, ਜਿਹੜਾ ਸੇਫ ਐਗਜ਼ਿਟ ਹੈਗਾ, ਉਹ ਕੱਢ ਕੇ ਅਤੇ ਆਪਣਾ ਜਿਹੜਾ ਟਰੱਕ ਆ ਸੇਫ ਪਾਰਕਿੰਗ 'ਤੇ ਪਾਰਕ ਕਰਕੇ ਅਤੇ ਆਰਾਮ ਕਰੋ। ਕਿਉਂਕਿ ਉਹ ਜਿਹੜੀ ਬਲੈਕ ਆਈਸ ਹੈਗੀ ਆ ਉਹ ਇੰਨੀ ਕੁ ਡੇਂਜਰਸ ਹੈਗੀ ਆ ਔਰ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਕਿਹੜੇ ਟਾਈਮ ਤੁਹਾਨੂੰ ਤੁਹਾਡੇ ਟਰੱਕ ਨੂੰ ਉਹਨੇ ਸਲਿੱਪ ਕਰਕੇ ਅਤੇ ਤੁਸੀਂ ਸਕਿਡ ਕਰਕੇ ਜੈਕ ਨਾਈਫ ਹੋ ਕੇ ਥੱਲੇ ਗਿਰ, ਮਤਲਬ ਕੁਛ ਵੀ ਹੋ ਸਕਦਾ। ਸੋ ਇਹ ਜਿਹੜੀ ਚੀਜ਼ ਆ ਇਹ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ ਔਰ ਇਹਨੂੰ ਬਹੁਤ ਧਿਆਨ ਦੇ ਨਾਲ ਜਿਹੜੀ ਆ ਦੇਖਿਆ ਕਰੋ। ਦੂਜੀ ਗੱਲ ਆ, ਜਦੋਂ ਤੁਸੀਂ ਟਰੱਕ ਚਲਾ ਰਹੇ ਹੈਗੇ ਆ, ਦੂਜੇ ਪਾਸਿਓਂ ਫਰੀਵੇ ਤੋਂ ਟਰੱਕ ਆ ਰਹੇ ਆ, ਪੇ ਅਟੈਂਸ਼ਨ ਟੂ ਦੋਜ਼ ਟਰੱਕਸ ਕਿ ਉਹ ਕਿੱਦਾਂ ਆ, ਲਿਬੜੇ ਆ ਰਹੇ ਆ, ਕਿੱਦਾਂ ਆ ਰਹੇ ਆ, ਕੀ ਹੋ ਰਿਹਾ ਆ। ਸੋ ਉਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਜ਼ਰੂਰ ਧਿਆਨ 'ਚ ਰੱਖੋ। ਅਤੇ ਇੱਕ ਹੋਰ ਜਿਹੜੀ ਇੰਪੋਰਟੈਂਟ ਗੱਲ ਹੈਗੀ ਆ, ਜਦੋਂ ਤੁਹਾਡੀ ਵਿਜ਼ੀਬਿਲਿਟੀ ਜ਼ੀਰੋ ਹੋ ਜਾਵੇ, ਮੰਨ ਲਓ ਅੱਗੇ ਤੁਹਾਨੂੰ ਬਿਲਕੁਲ ਕੁਛ ਨਹੀਂ ਦਿਖ ਰਿਹਾ, ਉਸ ਟਾਈਮ 'ਤੇ ਫਰੀਵੇ ਦੇ ਉੱਤੇ ਕਦੀ ਸਟਾਪ ਨਹੀਂ ਕਰਨਾ।
ਫਰੀਵੇ 'ਤੇ ਕਦੀ ਸ਼ੋਲਡਰ ਦੇ ਕੱਢ ਕੇ ਜਿਹੜਾ ਸਨੋ ਦੇ ਵਿੱਚ ਜਾਂ ਵਿੰਟਰ ਵੈਦਰ ਦੇ ਵਿੱਚ ਕਦੀ ਵੀ ਫਰੀਵੇ 'ਤੇ ਟਰੱਕ ਨਹੀਂ ਖੜ੍ਹਾ ਕਰਨਾ, ਕਿਉਂਕਿ ਪਿੱਛੋਂ ਟਰੱਕ ਜਿਹੜਾ ਆ ਰਿਹਾ ਹੈਗਾ, ਜੇ ਉਹ ਸਕਿਡ ਕਰਕੇ ਤੁਹਾਡੇ ਜਾਣ ਕੇ ਵੱਜਦਾ, ਦੇਰ ਇਜ਼ ਨੋ ਚਾਂਸ ਯੂ ਕੈਨ ਸੇਵ ਯੋਰ ਸੈਲਫ। ਬਹੁਤ ਔਖਾ ਹੋ ਜਾਂਦਾ ਆ। ਔਰ ਬਹੁਤ ਜਿਹੜੇ ਐਕਸੀਡੈਂਟ ਦੇਖੇ ਆ, ਉਹ ਬਹੁਤ ਜ਼ਿਆਦਾ ਭਿਆਨਕ ਐਕਸੀਡੈਂਟ ਹੁੰਦੇ ਆ ਜਦੋਂ ਇੱਦਾਂ ਪਿੱਛੋਂ ਸਕਿਡ ਕਰਕੇ ਆਣ ਕੇ ਟਰੱਕ ਇੱਕ ਦੂਜੇ 'ਚ ਵੱਜਦੇ ਜਾਂਦੇ ਅੱਗੇ ਅੱਗੇ, ਅਤੇ ਬੜਾ ਪ੍ਰੋਬਲਮ ਖੜੀ ਹੋ ਜਾਂਦੀ ਹੈ। ਸੋ ਮੇਕ ਸ਼ੋਰ ਤੁਸੀਂ ਕਦੀ ਵੀ, ਇਹ ਤਾਂ ਚਾਹੇ ਸਨੋ ਹੈਗੀ ਆ ਚਾਹੇ ਨਹੀਂ ਹੈਗੀ, ਫਰੀਵੇ 'ਤੇ ਤੁਸੀਂ ਰੋਕ ਹੀ ਨਹੀਂ ਸਕਦੇ। ਫਰੀਵੇ 'ਤੇ ਸ਼ੋਲਡਰ 'ਤੇ ਤੁਸੀਂ ਸਿਰਫ ਰੁਕ ਸਕਦੇ ਉਦੋਂ ਜਦੋਂ ਤੁਹਾਡਾ ਟਰੱਕ ਐਮਰਜੈਂਸੀ ਦੇ ਵਿੱਚ ਮੂਵ ਨਹੀਂ ਹੋ ਰਿਹਾ, ਤੁਹਾਡਾ ਟਰੱਕ ਨਹੀਂ ਚੱਲ ਸਕਦਾ, ਮਕੈਨੀਕਲੀ ਖਰਾਬ ਹੋ ਗਿਆ। ਤੁਹਾਨੂੰ ਉਸ ਟਾਈਮ ਦੇ ਉੱਤੇ ਵੀ ਜਿਹੜੇ ਤੁਹਾਡੇ ਟਰਾਇੰਗਲ ਵਿੱਚ ਪਏ ਆ, ਜਿਹੜੇ ਤੁਹਾਡੇ ਵਾਰਨਿੰਗ ਸਾਈਨ ਪਏ ਆ, ਉਹ ਤੁਸੀਂ ਪਿੱਛੇ ਕੁਆਟਰ ਮੀਲ ਤੱਕ ਜਿਹੜੇ ਉਹ ਖੜ੍ਹੇ ਕਰਨੇ, ਤਾਂ ਕਿ ਪਿੱਛੇ ਆਉਂਦੀ ਟ੍ਰੈਫਿਕ ਨੂੰ ਪਤਾ ਲੱਗ ਸਕੇ ਕਿ ਤੁਹਾਡਾ ਟਰੱਕ ਅੱਗੇ ਜਿਹੜਾ ਆ ਖਰਾਬ ਹੋ ਚੁੱਕਾ ਆ। ਅਤੇ ਇਸ ਤੋਂ ਬਾਅਦ ਜੇ ਗੱਲ ਕਰੀਏ ਕਿ ਜਿਹੜਾ ਫਰੀਵੇ ਹੈਗਾ ਆ, ਫਰੀਵੇ ਹਮੇਸ਼ਾ ਪਹਿਲਾਂ ਜਿਹੜਾ ਹਾਈਵੇ ਆ ਉਹ ਸਾਫ਼ ਕੀਤਾ ਜਾਂਦਾ ਆ, ਉਸ ਤੋਂ ਬਾਅਦ ਐਗਜ਼ਿਟ ਸਾਫ਼ ਕੀਤੇ ਜਾਂਦੇ ਆ, ਅਤੇ ਉਸ ਤੋਂ ਬਾਅਦ ਜਿਹੜਾ ਰੈਸਟ ਏਰੀਆ ਸਾਫ਼ ਕੀਤਾ ਜਾਂਦਾ ਹੈ। ਜੇ ਤੁਸੀਂ ਕੋਈ ਟਰੱਕ ਸਟਾਪ ਹੈਗਾ ਉਹਦੇ 'ਤੇ ਰੈਸਟ ਕਰ ਸਕਦੇ ਆ, 24 ਆਵਰ ਰੈਸਟੋਰੈਂਟ ਹੈਗਾ, ਹੋਟਲ ਹੈਗਾ ਆ, ਬੈਟਰ ਚਾਂਸ ਹੈਗਾ ਕਿ ਤੁਸੀਂ ਉੱਥੇ ਵੇਟ ਆਊਟ ਕਰ ਲਓ, ਕਿ ਬਜਾਏ ਕਿ ਸਨੋਈ ਫਰੀਵੇ 'ਤੇ ਚੱਲਣਾ। ਸਨੋ ਜਦੋਂ ਕਲੀਨ ਅਪ ਹੋ ਜਾਵੇ ਅਤੇ ਉਸ 'ਤੇ ਜਾ ਸਕਦੇ ਆ। ਟਰੈਕਸ਼ਨ ਇਸ ਤੋਂ ਅਗਲਾ ਹੋ ਗਿਆ ਟਰੈਕਸ਼ਨ। ਜੇ ਤੁਹਾਡਾ ਅੱਗੇ ਵੀ ਮੈਂ ਗੱਲ ਕੀਤੀ ਸੀ, ਜੇ ਤੁਹਾਡੇ ਟਾਇਰਾਂ ਦੇ ਵਿੱਚ ਟਰੈਕਸ਼ਨ ਖਤਮ ਹੋ ਜਾਵੇ ਜਾਂ ਤੁਸੀਂ ਸੜਕ ਨੂੰ ਨਾ ਫੜ ਸਕੋ, ਅਤੇ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਵੱਡਾ ਰਿਸਕ ਹੋ ਜਾਂਦਾ। ਔਰ ਮੇਕ ਸ਼ੋਰ ਕਰੋ ਕਿ ਤੁਹਾਡੇ ਟਾਇਰਸ ਜਿਹੜੇ ਆ ਉਹ ਅਪ ਟੂ ਡੇਟ ਹੈਗੇ ਆ, ਉਹਨਾਂ ਦੇ ਉੱਤੇ ਪੂਰੀ ਰਬਰ ਹੈਗੀ ਆ, ਔਰ ਉਹਨੂੰ ਕਿਸੇ ਕਿਸਮ ਦਾ ਉਹਦੇ ਉੱਤੇ ਟਾਇਰਾਂ ਦੇ ਉੱਤੇ ਬਿਲਕੁਲ ਧਿਆਨ ਦਿਓ, ਕਿਉਂਕਿ ਟਾਇਰ ਬਹੁਤ ਹੀ ਜ਼ਰੂਰੀ ਹੈਗੇ ਆ, ਵਧੀਆ ਟਾਇਰ ਹੋਣੇ। ਬਾਕੀ ਜਿਹੜਾ ਆ ਟੈਂਪਰੇਚਰ ਡਰੋਪ ਹੁੰਦਾ ਆ, ਟੈਂਪਰੇਚਰ ਜਦੋਂ ਵੱਧ ਤੋਂ ਵੱਧ ਡਰੋਪ ਹੋ ਜਾਂਦਾ ਆ ਨਾ, ਉਸ ਸਮੇਂ ਦੇ ਉੱਤੇ ਜਿਹੜੀ ਆ ਉਹ ਡਰਾਈਵਿੰਗ ਜਿਹੜੀ ਆ ਬਿਲਕੁਲ ਨਹੀਂ ਠੀਕ ਹੁੰਦੀ। ਔਰ ਖ਼ਾਸ ਕਰਕੇ ਸ਼ਾਮ ਨੂੰ ਤੁਸੀਂ ਲੇਟ ਨਾਈਟ ਜਿਹੜੀ ਡਰਾਈਵਿੰਗ ਹੈਗੀ ਆ ਵਿੰਟਰ ਦੇ ਵਿੱਚ, ਉਹ ਬਹੁਤ ਹੀ ਜ਼ਿਆਦਾ ਖਤਰਨਾਕ ਹੁੰਦੀ ਆ। ਅਤੇ ਅਸੀਂ ਇਹੋ ਹੀ ਸਾਰਿਆਂ ਨੂੰ ਕਹਿੰਦੇ ਆ ਕਿ ਜਿਹੜੀਆਂ ਇਹ ਵਿੰਟਰ ਡਰਾਈਵਿੰਗ ਕੰਡੀਸ਼ਨਸ ਹੈਗੀਆਂ, ਇਹਨੂੰ ਧਿਆਨ ਕਰੋ। ਜੇ ਤੁਸੀਂ ਸੋਚਦੇ ਆ ਕਿ ਤੁਸੀਂ I-80 ਅਤੇ 90 'ਤੇ ਚੱਲਦੇ ਹੈਗੇ ਆ, ਟਰਾਈ ਕਰੋ ਕਿ ਜੇ ਤੁਸੀਂ ਵਿੰਟਰ ਦੇ ਵਿੱਚ ਜਿਹੜੇ ਸਾਊਥ ਵਾਲੇ ਲੋਡ ਹੈਗੇ ਆ, ਸਾਊਥ ਦੇ ਚੱਲਦੇ ਹੈਗੇ, I-10 ਦੇ ਉੱਤੇ ਚੱਲਦੇ ਹੈਗੇ ਆ, ਉਹ ਲੋਡ ਕਰ ਸਕਦੇ ਹੈਗੇ। ਜੇ ਤੁਸੀਂ ਵਿੰਟਰ ਡਰਾਈਵਿੰਗ ਤੋਂ ਥੋੜ੍ਹੇ ਜਿਹੇ ਡਰਦੇ ਹੈਗੇ ਆ, ਵਿੰਟਰ ਡਰਾਈਵਿੰਗ ਜਿਹੜੀ ਆ, I-5 ਦੀ ਵਿੰਟਰ ਡਰਾਈਵਿੰਗ ਟੋਟਲੀ ਡਿਫਰੈਂਟ ਹੈਗੀ ਆ, ਕਿਉਂਕਿ I-5 ਦੇ ਉੱਤੇ ਜਿਹੜਾ ਕਲੀਨਿੰਗ ਬਹੁਤ ਜਲਦੀ ਹੋ ਜਾਂਦੀ ਹੈਗੀ ਆ। ਖਾਸ ਕਰਕੇ ਔਰਗਨ ਦੇ ਵਿੱਚ, ਜਿਹੜੀਆਂ ਔਰਗਨ ਦੀਆਂ ਪਹਾੜੀਆਂ ਜਿਹੜੀਆਂ ਕੈਲੀਫੋਰਨੀਆ ਸ਼ੁਰੂ ਹੁੰਦੀਆਂ ਉਹਨਾਂ ਨੂੰ ਕਲੀਅਰ ਬਹੁਤ ਜਲਦੀ ਕਰਦੇ ਹੈਗੇ, ਕਿਉਂਕਿ ਇਹ ਮੇਨ ਹਾਈਵੇ ਹੈਗਾ ਆ ਜਿਹੜਾ ਕਿ ਕੈਨੇਡਾ, ਮੈਕਸੀਕੋ ਅਤੇ US ਦੇ ਵਿੱਚੋਂ ਨਹੀਂ ਲੰਘਦਾ ਆ। ਸੋ ਇਸ ਕਰਕੇ ਇੱਥੇ ਟ੍ਰੈਫਿਕ ਜਿਹੜਾ ਆ ਉਹਨਾਂ ਨੂੰ ਕਲੀਅਰ ਕਰਨਾ ਬਹੁਤ ਜ਼ਰੂਰੀ ਹੁੰਦਾ। ਜਿਹੜੀ ਵੀਡ ਵਾਲੀ ਸਨੋ ਹੈਗੀ ਆ ਉਹ ਵੀ ਕਾਫੀ ਭੈੜੀ ਹੈਗੀ ਆ। ਉਸ ਤੋਂ ਬਾਅਦ ਜਿਹੜੀ ਪਹਿਲੀ ਆਪਣੀ ਹਿੱਲ ਪੈਂਦੀ ਆ ਪੋਰਟਲੈਂਡ, ਇਹਦੀ ਔਰਗਨ ਦੀ, ਉਹ ਵੀ ਜਿਹੜੀ ਆ ਕਾਫੀ ਮਸ਼ਹੂਰ ਹੈਗੀ ਆ, ਅਤੇ ਪਰ ਕਲੀਨ ਅਪ ਜਲਦੀ ਹੋ ਜਾਂਦਾ, ਇਸ ਕਰਕੇ ਇੱਧਰਲੀ ਜਿਹੜੀ ਥੋੜ੍ਹੀ ਜਿਹੀ ਸੌਖੀ ਹੈਗੀ ਆ I-5 ਦੀ ਡਰਾਈਵਿੰਗ। ਉਸ ਤੋਂ ਬਾਅਦ ਗੱਲ ਕਰਾਂਗੇ ਜੀ ਆਪਣੀ ਜਿਹੜੀ ਆਪਾਂ ਗੱਲ ਪਹਿਲਾਂ ਕੀਤੀ ਸੀਗੀ ਕਿ ਜਿਹੜਾ ਡਰਾਈਵਰ ਹੈਗਾ ਆ ਉਹ ਬੈਡ ਵੈਦਰ ਦੀ ਕਰਕੇ ਡਰਾਈਵਿੰਗ ਕਰਨ ਤੋਂ ਨਾ ਕਰ ਸਕਦਾ। ਜੀ ਹਾਂਜੀ, ਜੇ ਡਰਾਈਵਰ ਨੂੰ ਲੱਗਦਾ ਕਿ ਸੇਫਟੀ ਜਿਹੜੀ ਉਹ ਇੱਕ ਸਿਚੁਏਸ਼ਨ ਹੈਗੀ ਆ, ਔਰ ਅੱਜ ਦੀ ਤਰੀਕ ਦੇ ਵਿੱਚ, ਅੱਜ ਦੀ ਘੜੀ ਦੇ ਵਿੱਚ, ਹੁਣ ਇਸ ਵੇਲੇ ਜਦੋਂ ਉਹ ਕੀ ਬਾਹਰ ਡਿਊਟੀ 'ਤੇ ਹੈਗਾ ਆ, ਅਤੇ ਉੱਥੇ ਉਹਨੂੰ ਲੱਗਦਾ ਕਿ ਵੈਦਰ ਸੇਫ ਨਹੀਂ ਹੈਗਾ, ਡਰਾਈਵਿੰਗ ਕਰਨੀ ਸੇਫ ਨਹੀਂ ਹੈਗੀ, ਅਤੇ ਯੈਸ ਉਸ ਟਾਈਮ ਦੇ ਉੱਤੇ ਡਰਾਈਵਰ ਜਿਹੜਾ ਹੈ ਉਹ ਰਿਫਿਊਜ਼ ਕਰ ਸਕਦਾ ਕਿ ਮੈਂ ਡਰਾਈਵ ਨਹੀਂ ਕਰਨੀ ਇਹੋ ਜਿਹੇ ਵੈਦਰ ਦੇ ਵਿੱਚ। ਉਹਦੇ ਲਈ ਜੇ ਤੁਸੀਂ ਇੱਦਾਂ ਦੀਆਂ ਚੀਜ਼ਾਂ, ਇੱਦਾਂ ਦਾ ਤੁਹਾਡਾ ਮਸਲਾ ਹੋ ਜਾਂਦਾ ਖੜਾ, ਅਤੇ ਮੇਕ ਸ਼ੋਰ ਕਿ ਆਪਣੇ ਜਿਹੜੇ ਸਾਰੇ ਤੁਹਾਡੇ ਮੈਸੇਜਸ ਹੈਗੇ ਆ ਉਹਨਾਂ ਦੇ ਸਕਰੀਨਸ਼ਾਟਸ ਲੈ ਲਓ, ਵੈਦਰ ਕੰਡੀਸ਼ਨ ਦੇ ਸਕਰੀਨਸ਼ਾਟ ਲੈ ਕੇ ਰੱਖੋ, ਔਰ ਸਾਰੀਆਂ ਜਿਹੜੀਆਂ ਤੁਹਾਡੀਆਂ ਕਮਿਊਨੀਕੇਸ਼ਨ ਹੈਗੀ ਤੁਹਾਡੇ ਬ੍ਰੋਕਰਸ ਦੇ ਨਾਲ ਜਾਂ ਤੁਹਾਡੇ ਕੰਪਨੀ ਦੇ ਨਾਲ ਜਿਹੜੀ ਕਮਿਊਨੀਕੇਸ਼ਨ ਹੈਗੀ ਆ ਉਹ ਸਾਰੀ ਸੇਵ ਕਰਕੇ ਰੱਖੋ, ਸਕਰੀਨਸ਼ਾਟਸ ਲੈ ਕੇ ਰੱਖੋ। ਔਰ ਇਹਦੇ ਵਿੱਚ ਇਹ ਵੀ ਗੱਲ ਹੈਗੀ ਆ ਕਿ ਜੇ ਤੁਸੀਂ ਇਹ ਸੋਚਦੇ ਆ ਕਿ ਕੱਲ੍ਹ ਨੂੰ ਸਨੋ ਪੈਣੀ ਹੈ ਅਤੇ ਇਸ ਕਰਕੇ ਮੈਂ ਰਿਫਿਊਜ਼ ਕਰਨ ਲੱਗਾ ਹਾਂ ਲੋਡ ਨੂੰ, ਉਹ ਠੀਕ ਨਹੀਂ ਹੈਗਾ। ਇੱਦਾਂ ਤੁਸੀਂ ਰਿਫਿਊਜ਼ ਨਹੀਂ ਕਰ ਸਕਦੇ ਹੈਗੇ। ਦੈਟ ਕੁਡ ਬੀ ਯੋਰ ਗਰਾਊਂਡਸ ਫॉर ਫਾਇਰਿੰਗ, ਠੀਕ ਆ, ਉਹ ਫਾਇਰਿੰਗ ਦਾ ਗਰਾਊਂਡ ਹੋ ਸਕਦਾ ਹੈ ਕਿ ਜੇ ਤੁਸੀਂ ਐਵੇਂ ਰਿਫਿਊਜ਼ ਕਰ ਰਹੇ ਆ, ਜੀ ਮੈਨੂੰ ਪਤਾ ਲੱਗਾ ਆ ਪਰਸੋਂ ਉੱਥੇ ਸਨੋ ਪੈਣੀ ਆ ਤਾਂ ਮੈਂ ਇਸ ਕਰਕੇ ਜਾਣਾ ਨਹੀਂ ਗਾ, ਉਹ ਡਿਫਰੈਂਟ ਕਹਾਣੀ ਹੋ ਜਾਂਦੀ ਆ। ਬਟ ਜੇ ਤੁਸੀਂ ਇਮੀਨੈਂਟ ਡੇਂਜਰ ਹੈਗਾ, ਸਨੋ ਦੇ ਵਿੱਚ ਹੈਗੇ ਆ ਜਾਂ ਸਨੋ
ਫਰੀਵੇ ਤੇ ਹੈਗੇ ਆ ਔਰ ਅੱਗੇ ਤੁਹਾਨੂੰ ਦਿਖ ਰਿਹਾ ਹੈ ਕਿ ਵੈਦਰ ਜਿਹੜਾ ਬਹੁਤ ਖਰਾਬ ਹੋ ਰਿਹਾ, ਤੁਹਾਨੂੰ ਜਿਹੜੇ ਤੁਹਾਡੇ ਫਰੈਂਡਸ ਹੈਗੇ ਦੂਜੀ ਸਾਈਡ ਵਾਲੇ ਉਹ ਦੱਸ ਰਹੇ ਹੈਗੇ ਆ ਕਿ ਟੂ ਮੱਚ ਪ੍ਰੋਬਲਮ ਹੈਗੀ ਆ ਔਰ ਤੁਸੀਂ ਐਕਸਪੀਰੀਅੰਸ ਕਰ ਰਹੇ ਹੋ ਉੱਦਾਂ ਦੀ ਪ੍ਰੋਬਲਮ, ਤਾਂ ਯੈਸ ਉਹੋ ਜਿਹੇ ਮਾਹੌਲ ਦੇ ਵਿੱਚ ਤੁਸੀਂ ਇਹਨੂੰ ਰਿਫਿਊਜ਼ ਕਰ ਸਕਦੇ ਆ। ਕੋਸ਼ਿਸ਼ ਕਰੋ ਵੀ ਇਹੋ ਜਿਹਾ ਕੋਈ ਵੀ ਮੌਕਾ ਨਾ ਆਵੇ ਕਿ ਜਦੋਂ ਆਪਾਂ ਨੂੰ ਇਹੋ ਜਿਹੀ ਸਿਚੁਏਸ਼ਨ 'ਚ ਹੋਣਾ ਪਵੇ। ਆਪਾਂ ਕੰਪਨੀ ਵਾਲਿਆਂ ਨੂੰ ਜਿਹੜੇ ਆ ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਜਦੋਂ ਵੈਦਰ ਠੀਕ ਨਹੀਂ ਹੈਗਾ ਪੁਸ਼ ਨਾ ਕਰੋ ਡਰਾਈਵਰ ਨੂੰ ਚਲਾਉਣ ਨੂੰ, ਕਿਉਂਕਿ ਕੋਈ ਵੀ ਇੱਦਾਂ ਦਾ ਜਿਹੜਾ ਨੁਕਸਾਨ ਹੈਗਾ ਉਹ ਚਾਹੇ ਡਰਾਈਵਰ ਦਾ ਹੋਵੇ ਚਾਹੇ ਕੰਪਨੀ ਦਾ ਨੁਕਸਾਨ ਇੱਕ ਆਪਣਾ ਸਾਰਿਆਂ ਦਾ ਇਕੱਠਿਆਂ ਦਾ ਹੁੰਦਾ ਆ, ਸਾਰੀ ਸੁਸਾਇਟੀ ਦਾ ਹੁੰਦਾ ਆ। ਸੋ ਪਲੀਜ਼ ਸਾਰੇ ਜਾਣੇ ਸੇਫਲੀ ਡਰਾਈਵ ਕਰੋ। ਅਤੇ ਜੇ ਇਹ ਪ੍ਰੋਗਰਾਮ ਅਜੇ ਤੱਕ ਤੁਸੀਂ ਸ਼ੇਅਰ ਨਹੀਂ ਕੀਤਾ, ਆਈ ਬੈਟ ਤੁਸੀਂ ਲਾਈਕ ਕੀਤਾ। ਜੇ ਲਾਈਕ ਕਰਦੇ ਆ ਤਾਂ ਇਹਨੂੰ ਸ਼ੇਅਰ ਜ਼ਰੂਰ ਕਰੋ ਆਪਣੇ ਫਰੈਂਡਸ ਐਂਡ ਫੈਮਿਲੀ ਦੇ ਨਾਲ। ਤੁਹਾਡਾ ਬਹੁਤ ਬਹੁਤ ਥੈਂਕ ਯੂ ਅਤੇ ਮਿਲਦੇ ਹਾਂ ਅਗਲੀ ਵਾਰ ਜੀ। ਮੇਰੇ ਵੱਲੋਂ ਆਪ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਨ੍ਹਾਂ ਪੋਡਕਾਸਟ ਵਿੱਚ ਸਪਾਂਸਰਸ਼ਿਪ ਜਾਂ ਐਡਵਰਟਾਈਜ਼ਿੰਗ ਕਰਨ ਲਈ ਸਾਨੂੰ info@ramantillonshow.com ਤੇ ਕੰਟੈਕਟ ਕਰੋ। ਇਸ ਐਪੀਸੋਡ ਦਾ ਇਹ ਸੈਗਮੈਂਟ ਤੁਹਾਡੇ ਤੱਕ ਲੈ ਕੇ ਆਏ ਹਨ ਪ੍ਰਾਈਮ ਲਿੰਕ ਐਕਸਪ੍ਰੈਸ ਇਨਕੋਰਪੋਰੇਟਡ। ਪਿਛਲੇ 18 ਸਾਲਾਂ ਤੋਂ ਟਰੱਕਿੰਗ ਇੰਡਸਟਰੀ ਨੂੰ ਸਰਵ ਕਰ ਰਹੇ ਹਨ। ਸਾਡੇ ਨਾਲ ਡਰਾਈਵਿੰਗ ਸ਼ੁਰੂ ਕਰਨ ਲਈ ਜਾਂ ਹੋਰ ਜਾਣਕਾਰੀ ਲਈ ਸਾਨੂੰ 2092520070 ਤੇ ਕਾਲ ਕਰੋ। ਹੁਣ ਲਓ 55 ਸੈਂਟਸ ਤੱਕ ਦਾ ਫਿਊਲ ਡਿਸਕਾਊਂਟ। ਅਪਲਾਈ ਕਰਨ ਲਈ gonapta.org ਤੇ ਜਾਓ। ਕੋਈ ਫੀ ਨਹੀਂ, ਕੋਈ ਕ੍ਰੈਡਿਟ ਚੈੱਕ ਨਹੀਂ।